ਜੀਵਨੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲੇ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। 1 ਤਰੀਕ ਨੂੰ 12ਵੀਂ ਕਲਾਸ ਦਾ ਪੰਜਾਬੀ ਦਾ ਪੇਪਰ ਹੈ। ਤਿਆਰੀ ਕਿਵੇਂ ਦੀ ਚੱਲ ਰਹੀ ਹੈ? ਉਮੀਦ ਹੈ ਚੰਗੀ ਤਰ੍ਹਾਂ ਚੱਲ ਰਹੀ ਹੋਏਗੀ। ਸੋ ਅੱਜ ਆਪਣਾ ਮੈਂ ਕਰਾਉਣ ਲੱਗੀ ਹਾਂ ਤੁਹਾਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਿ ਜੀਵਨੀ ਹੈ, ਜੀਵਨ ਪਰਿਚੈ ਹੈ, ਉਹ ਕਰਾ ਲੱਗੀ ਹਾਂ। ਫਿਰ ਭਾਈ ਵੀਰ ਸਿੰਘ ਵਾਲੀ ਜਿਸ ਜੀਵਨੀ ਕਰਾਈ ਸੀ ਸ਼ਾਰਟ ਵਿੱਚ ਹੀ ਕਰਾਉਂਗੀ। ਜ਼ਿਆਦਾ ਲੰਬੀ ਕਰਾਈ ਤਾਂ ਤੁਹਾਨੂੰ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ, ਯਾਦ ਕਰਨੀ ਮੁਸ਼ਕਿਲ ਲੱਗੇਗੀ। ਜਿੰਨੀ ਕੁ ਮੈਨੂੰ ਲੱਗਦਾ ਨਾ ਕਿ ਪੇਪਰ 'ਚ ਲੋੜ ਆ, ਜਿਹਦੇ 'ਚੋਂ ਇੰਪੋਰਟੈਂਟ ਕੁਐਸਚਨ ਆ ਸਕਦੇ ਨੇ ਜਾਂ ਜੀਵਨੀ ਆ ਸਕਦੀ 5 ਨੰਬਰ ਦੀ, ਉਨੀ ਕੁ ਹੀ ਮੈਂ ਤੁਹਾਨੂੰ ਅੱਜ ਜਿਹੜੀ ਕਿ ਜੀਵਨੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਰਵਾਉਂਗੀ। ਸੋ ਪ੍ਰੋਫੈਸਰ ਪੂਰਨ ਸਿੰਘ ਜੀ, ਜਿਨ੍ਹਾਂ ਨੂੰ ਰਹੱਸਵਾਦੀ ਕਵੀ ਕਿਹਾ ਜਾਂਦਾ ਹੈ, ਆਧੁਨਿਕ ਕਵੀ ਕਿਹਾ ਜਾਂਦਾ ਹੈ, ਰੋਮਾਂਟਿਕ ਕਵੀ ਕਿਹਾ ਜਾਂਦਾ ਹੈ, ਅਧਿਆਤਮਵਾਦ ਕਵੀ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਜਨਮ 18 ਫਰਵਰੀ 1881 ਐਬਟਾਬਾਦ ਪਾਕਿਸਤਾਨ ਵਿੱਚ ਹੋਇਆ ਸੀ। ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਸੀ। ਮੌਤ ਉਹਨਾਂ ਦੀ 1931 ਵਿੱਚ ਹੋ ਗਈ ਸੀ। ਤੋ ਸਾਹਿਤਿਕ ਦੇਣ ਉਹਨਾਂ ਦੇ ਕਾਵ ਸੰਗ੍ਰਹਿ ਕਿਹੜੇ ਹਨ, ਨਿਬੰਧ ਸੰਗ੍ਰਹਿ ਕਿਹੜੇ ਹਨ, ਅੰਗਰੇਜ਼ੀ 'ਚ ਰਚਨਾ ਕਿਹੜੀ ਕੀਤੀ, ਮੁੱਖ ਕਵਿਤਾਵਾਂ ਕਿਹੜੀ ਹੈ, ਉਹ ਸਭ ਅੱਜ ਮੈਂ ਤੁਹਾਨੂੰ ਜਿਹੜੇ ਕਿ ਡਿਟੇਲ ਵਿੱਚ ਸਮਝਾਵਾਂਗੀ। ਨਾਲੇ ਨਾਲ ਇਹਦੇ ਇੰਪੋਰਟੈਂਟ ਕੁਐਸਚਨਸ ਵੀ ਤੁਹਾਨੂੰ ਜਿਹੜੇ ਕਿ ਇਹਦੇ ਸੋ ਬੱਚੋ ਕੋਸ਼ਿਸ਼ ਕਰਿਆ ਕਰੋ ਮੇਰੀ ਵੀਡੀਓ ਲਾਸਟ ਤੱਕ ਦੇਖਿਆ ਕਰੋ, ਕਿਉਂਕਿ ਮੈਂ ਲਾਸਟ ਵਿੱਚ ਕਈ ਵਾਰੀ ਕੁਐਸਚਨ ਆਨਸਰ ਵੀ ਤੁਹਾਨੂੰ ਥੋੜ੍ਹੇ ਜਿਹੇ ਸਮਝਾਏ ਹੁੰਦੇ। ਕਈ ਬੱਚੇ ਥੋੜ੍ਹੀ ਜਿਹੀ ਵੀਡੀਓ ਦੇਖ ਕੇ ਉਹਨੂੰ ਫਾਰਵਰਡ ਕਰਕੇ ਛੱਡ ਦਿੰਦੇ ਨੇ, ਪਰ ਅਗਰ ਲਾਸਟ ਤੱਕ ਦੇਖੋ ਤਾਂ ਲਾਸਟ ਵਿੱਚ ਕੁਐਸਚਨ ਜ਼ਰੂਰ ਕਰਾਏ ਹੁੰਦੇ ਨੇ। ਨਹੀਂ ਪਸੰਦ ਆਉਂਦੀ ਮੇਰੀ ਵੀਡੀਓ ਜਾਂ ਮੇਰੇ ਪੜ੍ਹਾਉਣ ਦਾ ਤਰੀਕਾ ਨਹੀਂ ਪਸੰਦ ਆਉਂਦਾ, ਪਰ ਲਾਸਟ ਜ਼ਰੂਰ ਵੇਖ ਲਿਆ ਕਰੋ ਕਿਉਂਕਿ ਲਾਸਟ ਵਿੱਚ ਕੁਐਸਚਨ ਆਨਸਰ ਹੁੰਦੇ ਹਨ। ਸੋ ਅੱਜ ਜਿਹੜੀ ਜੀਵਨੀ ਕਰ ਰਹੇ ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ। ਕੱਲ੍ਹ ਵਾਂਗੂ ਇਹ ਭਾਈ ਵੀਰ ਸਿੰਘ ਦੀ ਜਿਹੜੀ ਜੀਵਨੀ ਪੁਆਇੰਟਾਂ ਸਮਝਾਈ ਸੀ, ਉਸੇ ਤਰ੍ਹਾਂ ਸਮਝਾ ਰਹੀ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਪਹਿਲਾ ਪੁਆਇੰਟ ਸੀ ਕਿ ਬਣਾਓਗੇ ਮੁੱਢਲੀ ਜਾਣਕਾਰੀ। ਕਿਸੇ ਵੀ ਕਵੀ ਬਾਰੇ ਜਾਣਕਾਰੀ ਆ ਜਾਂਦੀ, ਜੀਵਨ ਪਰਿਚੈ ਆ ਜਾਂਦਾ, ਜੀਵਨੀ ਆ ਜਾਂਦੀ, ਉਹਦਾ ਲਿਖਣ ਦਾ ਆਸਾਨ ਤਰੀਕਾ ਪਹਿਲਾ ਪੁਆਇੰਟ ਮੁੱਢਲੀ। ਸੋ ਕਿਸੇ ਵੀ ਜੀਵਨੀ ਨੂੰ ਕਰਨ ਦਾ ਜਿਹੜਾ ਕਿ ਮੇਨ ਤਰੀਕਾ ਕਿਹੜਾ ਹੁੰਦਾ ਹੈ ਲਿਖਣ ਦਾ, ਤੁਸੀਂ ਉਹਨੂੰ ਪੁਆਇੰਟਾਂ ਵਿੱਚ ਲਿਖੋ, ਹਮੇਸ਼ਾ ਨੰਬਰ ਜ਼ਿਆਦਾ ਸਕੋਰਿੰਗ ਹੁੰਦੇ ਨੇ। ਸੋ ਪਹਿਲਾ ਪੁਆਇੰਟ ਤੁਸੀਂ ਬਣਾਓਗੇ ਕਿ ਮੁੱਢਲੀ ਜਾਣਕਾਰੀ। ਮੁੱਢਲੀ ਕਿਸੇ ਵੀ ਵੈਸੇ ਤੁਹਾਨੂੰ ਕਵੀ ਦੀ ਜੀਵਨ ਪਰਿਚੈ ਜੀਵਨੀ ਆਉਂਦੀ ਨਾ, ਇਹਨੂੰ ਪੁਆਇੰਟਾਂ 'ਚ ਇੰਝ ਲਿਖੋ, ਪਹਿਲਾਂ ਮੁੱਢਲੀ ਜਾਣਕਾਰੀ ਪੁਆਇੰਟ ਤੁਸੀਂ ਬਣਾਓ। ਮੁੱਢਲੀ ਜਾਣਕਾਰੀ 'ਚ ਲਿਖੋਗੇ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਪੰਜਾਬੀ ਦੇ ਆਧੁਨਿਕ ਕਵੀ ਹੋਏ ਹਨ। ਆਪ ਦਾ ਜਨਮ ਫਰਵਰੀ 1881 ਐਬਟਾਬਾਦ ਪਾਕਿਸਤਾਨ ਵਿੱਚ ਹੋਇਆ। ਪਿਤਾ ਦਾ ਨਾਮ ਸਰਦਾਰ ਕਰਤਾਰ ਸਿੰਘ ਜੀ। ਇਹਨਾਂ ਨੇ ਆਪਣੀ ਮੁੱਢਲੀ ਵਿੱਦਿਆ 10ਵੀਂ ਤੱਕ ਦੀ ਜਿਹੜੀ ਐਜੂਕੇਸ਼ਨ ਸੀ ਉਹ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ। ਫਿਰ ਇਹ ਜਾਪਾਨ ਚਲੇ ਗਏ ਸੀ ਕੈਮਿਸਟਰੀ ਪੜ੍ਹਨ ਵਾਸਤੇ। ਕੈਮਿਸਟਰੀ ਪੜ੍ਹਨ ਵਾਸਤੇ ਜਦੋਂ ਜਾਪਾਨ ਗਏ ਤੇ ਉੱਥੇ ਇਹਨਾਂ ਨੇ ਕੀ ਕੀਤਾ ਕਿ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਥੱਲੇ ਆ ਕੇ ਵੇਦਾਂਤੀ ਬਣ ਗਏ ਤੇ ਇਹਨਾਂ ਨੇ ਆਪਣੇ ਕੇਸ ਜਿਹੜੇ ਸੀ ਕਟਵਾ ਲਏ ਸੀ। ਮੁੜ ਤੋਂ ਵਾਪਿਸ ਇਹ ਜਦੋਂ ਇੰਡੀਆ 'ਚ ਯਾਨੀ ਕਿ ਪੰਜਾਬ 'ਚ ਵਾਪਿਸ ਆਏ ਤਾਂ ਭਾਈ ਵੀਰ ਸਿੰਘ ਜੀ ਦੀ ਨਾਲ ਇਹ ਜੁੜ ਗਏ। ਭਾਈ ਵੀਰ ਸਿੰਘ ਜੀ ਦੀ ਸੰਗਤ ਵਿੱਚ ਰਹਿ ਕੇ ਇਹ ਫਿਰ ਤੋਂ ਜਿਹੜੇ ਕਿ ਵੇਦਾਂਤੀ ਤੋਂ ਜਿਹੜੇ ਕਿ ਸੀ ਫਿਰ ਇਹ ਸਰਦਾਰ ਜਿਹੜੇ ਬਣ ਗਏ ਸਨ। ਅਤੇ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਵੀ ਭਾਈ ਵੀਰ ਸਿੰਘ ਦੇ ਪ੍ਰਭਾਵ ਹੇਠ ਆ ਕੇ ਲਿਖਣੀਆਂ। ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। 1931 ਵਿੱਚ ਇਹਨਾਂ ਦੀ ਜਿਹੜੀ ਕਿ ਮੌਤ ਹੋ ਗਈ ਸੀ। ਸੋ ਪਹਿਲਾ ਪੁਆਇੰਟ ਹੋ ਗਿਆ ਸਾਡਾ ਮੁੱਢਲੀ ਜਾਣਕਾਰੀ। ਹੁਣ ਦੂਸਰਾ ਪੁਆਇੰਟ ਜਿਹੜਾ ਅਸੀਂ ਬਣਾਵਾਂਗੇ ਸਾਹਿਤਿਕ ਦੇਣ, ਕਿ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਕੀ ਕੀ ਰਚਨਾ ਕੀਤੀ। ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਪਹਿਲਾਂ ਜਿੰਨੇ ਵੀ ਕਵੀ ਸਨ ਸਾਰੇ ਛੰਦਾਂ ਅਨੁਸਾਰ ਕਵਿਤਾਵਾਂ ਲਿਖਦੇ ਸਨ, ਛੰਦਬੰਦੀ ਵਿੱਚ ਕਵਿਤਾਵਾਂ ਲਿਖਦੇ ਸਨ। ਪਰ ਪ੍ਰੋਫੈਸਰ ਪੂਰਨ ਸਿੰਘ ਨੇ ਇਸ ਨੂੰ ਛੰਦਾਂ ਤੋਂ ਮੁਕਤ ਕੀਤਾ, ਖੁੱਲ੍ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਤੋਲ ਤੁਕਾਂਤ ਮੇਲ ਦੀ ਕੋਈ ਖਾਸ ਜ਼ਰੂਰਤ ਨਹੀਂ ਸੀ, ਨਾ ਛੰਦਾਂ ਦੀ ਲੋੜ ਸੀ। ਇਹਨਾਂ ਨੇ ਖੁੱਲ੍ਹੀ ਕਵਿਤਾਵਾਂ ਲਿਖਣਾ ਸ਼ੁਰੂ ਕੀਤੀਆਂ। ਪ੍ਰੋਫੈਸਰ ਪੂਰਨ ਸਿੰਘ ਤੋਂ ਪਹਿਲਾਂ ਜਿਹੜੇ ਕਵੀ ਸੀ ਉਹ ਜ਼ਿਆਦਾ ਨਾ ਅਧਿਆਤਮਕ ਕਵਿਤਾਵਾਂ ਲਿਖਦੇ ਸਨ, ਅਧਿਆਤਮ ਤੇ ਪਰਮਾਤਮਾ ਆਤਮਾ ਦੇ ਮੇਲ ਤੇ ਕਵਿਤਾਵਾਂ ਲਿਖਦੇ ਸਨ। ਪਰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕੀ ਕੀਤਾ ਕਿ ਸਮਾਜ ਵਿੱਚ ਜਿਹੜੀਆਂ ਬੁਰਾਈਆਂ ਫੈਲੀਆਂ ਨੇ, ਸਮਾਜ ਦੀਆਂ ਕੁਰੀਤੀਆਂ, ਉਹਨਾਂ ਨੂੰ ਵਿਸ਼ਾ ਬਣਾਇਆ। ਉਹਨਾਂ ਉੱਤੇ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਕਿਸਾਨਾਂ ਉੱਤੇ ਲਿਖਣੀਆਂ ਸ਼ੁਰੂ ਕੀਤੀਆਂ, ਪ੍ਰਕਿਰਤੀ ਉੱਤੇ ਲਿਖਣੀਆਂ ਸ਼ੁਰੂ ਕੀਤੀਆਂ। ਜਿਸ ਤਰ੍ਹਾਂ ਖੂਹ ਹੈ ਕਵਿਤਾ ਇਹਨਾਂ ਦੀ, ਖੂਹ ਉੱਤੇ, ਖੂਹ ਦੀ ਰੌਣਕ ਉੱਤੇ ਕਵਿਤਾਵਾਂ ਲਿਖੀਆਂ। ਫਿਰ ਹਲ ਵਾਹੁੰਦੇ ਕਿਸਾਨਾਂ ਉੱਤੇ ਉਹਨਾਂ ਨੂੰ ਵੇਖ ਕੇ ਉਹਨਾਂ ਪਰ ਕਵਿਤਾਵਾਂ ਲਿਖੀਆਂ। ਸਮਾਜ ਦੀਆਂ ਜਿੰਨੀਆਂ ਬੁਰਾਈਆਂ ਸੀ, ਵਿਧਵਾ ਵਿਵਾਹ ਹੋ ਗਿਆ, ਦਾਜ ਦੀ ਪ੍ਰਥਾ ਹੋ ਗਈ, ਇਹਨਾਂ ਉੱਤੇ ਇਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਕਿਉਂਕਿ ਹਰ ਕੋਈ ਜਿਹੜਾ ਸੀ ਪਹਿਲਾਂ ਅਧਿਆਤਮਕ ਕਵਿਤਾਵਾਂ ਪੜ੍ਹ ਚੁੱਕਾ ਸੀ, ਇਹਨਾਂ ਦੇ ਨਵੇਂ ਵਿਸ਼ਿਆਂ ਕਰਕੇ ਲੋਕ ਇਹਨਾਂ ਵੱਲ ਜਿਹੜਾ ਕਿ ਜ਼ਿਆਦਾ ਹੋਰ ਪ੍ਰਭਾਵਿਤ ਹੋ ਗਏ। ਸੋ ਸੈਕਿੰਡ ਪੁਆਇੰਟ ਇਹਨਾਂ ਦਾ ਬਣੇਗਾ ਸਾਹਿਤਿਕ ਦੇਣ। ਸਾਹਿਤਿਕ ਦੇਣ ਵਿੱਚ ਪਹਿਲਾਂ ਇਹਨਾਂ ਦੇ ਆਉਣਗੇ ਕਾਵ ਸੰਗ੍ਰਹਿ ਕਿਹੜੇ ਲਿਖੇ। ਕਾਵ ਸੰਗ੍ਰਹਿ ਆ ਜਾਣਗੇ ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਅਸਮਾਨੀ ਰੰਗ, ਮੇਰੇ ਸਾਈਂ, ਮੈਂ ਤੇ ਉਹ, ਜੰਗਲੀ ਫੁੱਲ ਆਦਿ ਇਹਨਾਂ ਦੇ ਕਾਵ ਸੰਗ੍ਰਹਿ ਨੇ। ਫਿਰ ਆਉਂਦਾ ਨਿਬੰਧ ਸੰਗ੍ਰਹਿ ਕਿਹੜੇ ਹਨ, ਖੁੱਲ੍ਹੇ ਲੇਖ। ਖੁੱਲ੍ਹੇ ਸ਼ਬਦ ਜਿਹਦੇ ਨਾਲ ਇਸਤੇਮਾਲ ਹੋਇਆ ਉਹ ਜ਼ਿਆਦਾਤਰ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾ, ਇੱਕ ਟ੍ਰਿਕ ਹੈ ਯਾਦ ਕਰਨ ਦਾ।
फिर उस तो बाद आती इन्होंने अंग्रेजी में भी रचना रची। अंग्रेजी किहड़ी रखी? द स्पिरिट ऑफ ओरिएंटल पोइट्री, द स्टोरी ऑफ स्वामी राम तीर्थ, द बुक ऑफ टेल मास्टर्स आदि। ये इन्हों की जिहड़ी कि मुख जिहड़ी कि साहित्यिक देन सी। इन्हों दी मुख जिहड़ियां कवितावां सन जवान पंजाब दे, खूह उत्ते हल वाउण वाले नूं पशु चरदे, पंजाब दे दरिया, दिल मेरा कचिंदा। इन्हों ने देखो कवितावां दे नावां तो ही पता लगता है कि इन्हों ने जिहड़े कि समाजिक आम तौर पर विषय लए हैं। मैं जरनल वैसे अपने मैं बेसिकली अपने नोट्स ही बनाए होंगे ने, उन्होंने तो ही मैं तुहानूं पढ़ा रही हूँ हाँ। 2-4 बुक्स की देख के उत्तों मैं नोट्स सारे जीवनियां दे जिहड़े कि बना के रखे हुए हैं। सो पहला पॉइंट असीं बनाया सी मुढ़ली जानकारी। दूसरा असीं बनाया साहित्यिक देन। किसी भी कवि दे लिखोगे इसी तरीके लिखोगे, पहला मुढ़ली जानकारी, फिर उन्होंने काव्यिक देन उन्होंने की लिखिया, साहित्यिक देन साहित्यिक देन की लिखी, फिर लिखोगे विषा वस्तु। जो भी ना साहित्य की रचना की, चाहे नावल नाटक कवितावां लिखो ना, उन्होंने विषय किहो जे लए, किहो जे टॉपिक लए। हर व्यक्ति का अपना इंटरस्ट अलग होंदा, कोई अलग कोई अध्यात्म ते लिखता, कोई रोमांस ते लिखता, कोई प्रकृति ते लिखता, कोई समाजिक बुराइयां ते लिखता वा। हर एक का अपना एक इंटरस्ट होंदा। सो प्रोफैसर पूरन सिंह जी जिहड़े सी कि जज्बाती तो रोमांटिक व्यक्ति सन। आपने शहरी तहजीब नूं छड्ड के पुरानी पेंडू सादगी नूं अपनाया ते पिंडां उत्ते, पिंडां दे दृश्यां उत्ते इन्होंने बहुत कवितावां लिखियां, जिवें पंजाब दे दरियावां उत्ते, खूह दी रौनक उत्ते, तरिंजण उत्ते, तीआं दे मेले उत्ते, हल वाउंदे जट्टां उत्ते उन्होंने इन्होंने कवितावां लिखियां। जिवें इन्हां दी कविता दा एक टुकड़ा भी है, ये बेपरवाह पंजाब दे मौत नूं मखौला करन, मरण तो नहीं डरदे, प्यार नाले करन गुलामी, जान को अपनी वार देंदे। सो इन्हां दे ज़्यादातर विषय इन्होंने पेंडू सादगी जिहड़े सादे जीवन विचों चुने सन। ये इन्हां दे जिहड़े कि मुख कवितावां दे विषय रहे हैं। Question answers, important part of this video, please listen. ਹੁਣ ਪ੍ਰੋਫੈਸਰ ਪੂਰਨ ਸਿੰਘ ਜੀ ਨਾਲ ਸੰਬੰਧਿਤ ਜਿਹੜੇ ਇੰਪੋਰਟੈਂਟ ਕੁਐਸਚਨਸ ਇੱਕ ਨੰਬਰ ਦੇ। ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ ਕਿੱਥੇ ਹੋਇਆ? ਪਾਕਿਸਤਾਨ, ਐਬਟਾਬਾਦ 1881 ਵਿੱਚ। ਕਿੱਤੇ ਵਜੋਂ ਕੀ ਸੀ? ਪਰ ਬਾਏ ਪ੍ਰੋਫੈਸ਼ਨ ਕੀ ਸੀ? ਨੇ ਰਸਾਇਣ ਵਿਗਿਆਨੀ ਸਨ। ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤੀ ਰਚਨਾ ਕਿਹੜੀ ਭਾਸ਼ਾ 'ਚ ਕੀਤੀ? ਪੰਜਾਬੀ 'ਚ ਕੀਤੀ, ਅੰਗਰੇਜ਼ੀ 'ਚ ਕੀਤੀ। ਪ੍ਰੋਫੈਸਰ ਪੂਰਨ ਸਿੰਘ ਜੀ ਕਿਸ ਦੇ ਪ੍ਰਭਾਵ ਹੇਠ ਆ ਕੇ वेदांती बन गए थे? स्वामी राम तीर्थ दे। फिर भाई प्रोफैसर पूरन सिंह किस दे प्रभाव हेठ आके फिर प्रेरणा नाल उन्हां दी प्रेरणा लैके पंजाबी च कवितावां लिखना शुरू कीतियां? भाई वीर सिंह जी दियां। भाई प्रोफैसर पूरन सिंह ने अपनी कविता में किहड़े छंद की वरतों की? बहुत इंपॉर्टेंट क्वेश्चन, किहड़े छंद की वरतों की? किसी छंद की वरतों नहीं की। छंद बद सैलानी छंद मुख छंद कविता में उन्होंने जिहड़ी लिखिया। किस व्यक्ति ने छंदबंदी नूं नवाबी जुत्ती की कैद किया सी? इंपॉर्टेंट है, प्रोफैसर पूरन सिंह जी ने किया सी। प्रोफैसर पूरन सिंह जिहड़े सी उन्हां नूं किहो जिहा कवि मन्निया जांदा सी? रोमांटिक कवि मन्निया जांदा सी। उन्होंने किस तरह के विषयां उत्ते कवितावां लिखियां? समाजिक बुराइयां उत्ते लिखियां, पेंडू सादे जीवन उत्ते उन्होंने जिहड़ियां कि कवितावां लिखनियां शुरू कीतियां। कुछ और क्वेश्चन इस तरह से आ सकते हैं कि खुले कुंड किसकी रचना है? प्रोफैसर पूरन सिंह। खुले मैदान किसकी है? प्रोफैसर पूरन सिंह। सो ये सन जिहड़े इंपॉर्टेंट क्वेश्चन लगता कि जिहड़े आ सकते हैं। सो बेस्ट विशेज़ तुहाडे पेपर वास्ते। थैंक यू।